गुड मॉर्निंग टू ऑल स्टूडेंट्स। मेरा नाम उमेश कुमार गेरा। मैं ITI वूमेन पटियाला ਦੇ ਵਿੱਚ ਬਤੌਰ ਕੁੱਪਾ ਇੰਸਟ੍ਰਕਟਰ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ। ਮੇਰਾ ਜੋ ਅੱਜ ਦਾ ਟੌਪਿਕ ਹੈ ਉਹ ਹੈ ਪੇਮੈਂਟ ਮੈਥਡਸ ਐਂਡ ਸਿਕਿਉਰਿਟੀ ਇਸ਼ੂਜ਼। ਨੈਕਸਟ ਕਰੋ ਸਰ। ਨੈਕਸਟ ਸਲਾਈਡ। ਇਹ ਜੋ ਤੁਸੀਂ ਪਿਕਚਰ ਦੇਖ ਰਹੇ ਹੋ ਗਵਰਨਮੈਂਟ ITI ਵੂਮਨ ਪਟਿਆਲਾ ਛੋਟੀ ਬਾਰਾਦਰੀ ਦੀ ਹੈ। ਇੱਥੇ ਸਾਡੇ ਕੋਲ ਟੋਟਲ 8 ਟ੍ਰੇਡਸ ਐਟ ਏ ਟਾਈਮ ਚੱਲ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ ਕੋਰਸਿਸ ਸਿਲਾਈ ਕਟਾਈ, SOT, IT, ਕੋਪਾ, ਇਹੋ ਜਿਹੇ ਕੋਰਸਿਸ ਇਹਦੇ ਵਿੱਚ ਚੱਲ ਰਹੇ ਨੇ। ਮੇਰੀ ਜੋ ਕਲਾਸ ਹੈ ਉਹ ਕੋਪਾ ਕਲਾਸ ਵੈਲਫੇਅਰ ਕਲਾਸ ਹੈ। ਵੈਲਫੇਅਰ ਡਿਪਾਰਟਮੈਂਟ ਦੀ ਹੈਲਪ ਨਾਲ ਇਹ ਕਲਾਸ ਚਲਾਈ ਜਾਂਦੀ ਹੈ ਔਰ ਇਹਦੇ ਵਿੱਚ ਜਿਹੜੇ SC ਸਟੂਡੈਂਟਸ ਹੈ ਉਹਨਾਂ ਨੂੰ ਵਜ਼ੀਫਾ ਦਿੱਤਾ ਜਾਂਦਾ ਹੈ 750 ਰੁਪਏ ਪਰ ਮੰਥ ਦੇ ਹਿਸਾਬ ਨਾਲ। ਨੈਕਸਟ ਸਲਾਈਡ ਕਰੋ ਸਰ। नेक्स्ट स्लाइड करो सर। जसविंदर जी नेक्स्ट स्लाइड कर दो। हेलो जसविंदर जी नेक्स्ट स्लाइड कर दो अगे नू। जिवें कि तुहानू स्टूडेंट्स नू पता ही है कि पंजाब सरकार वालों इस टाइम बैक करो सर, बैक करो, बैक स्लाइड ते ले आओ। जिवें कि तुहानू पता ही है स्टूडेंट्स नू कि पंजाब सरकार वालों मिशन फतेह चलाया जा रहा है, जिस दे विच कि करोना वायरस तो बचाव लई सरकार बहुत कोशिश कर रही है। इस PPT ਦੇ ਵਿੱਚ ਤੁਹਾਨੂੰ ਦਿਖਾਇਆ ਗਿਆ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਪ੍ਰੀਵੈਂਸ਼ਨ ਕਰਕੇ ਆਪਣੇ ਆਪ ਨੂੰ ਬਚਾਉਣਾ ਹੈ ਇਸ ਬਿਮਾਰੀ ਤੋਂ और इस महामारी ਦੇ क्या-क्या ਸਿੰਪਟਮਸ ਹੈ, ਜਿਸ ਤਰ੍ਹਾਂ ਬੁਖਾਰ, ਖਾਂਸੀ, ਗਲਾ ਖਰਾਬ, ਇਹ ਸਾਰੇ ਨੀਚੇ ਦਿੱਤੇ ਹੋਏ ਨੇ। और ਪ੍ਰੀਵੈਂਸ਼ਨ ਦੇ ਵਿੱਚ ਇਹ ਹੈ ਕਿ ਤੁਸੀਂ ਮਾਸਕ ਪਾ ਕੇ ਰੱਖਣਾ, हैंड वॉश करना और 1 मीटर की दूरी बना के रखना। इस तरीके दी सावधानियां वरत के तुसी इस तो बच सकते हो। नेक्स्ट स्लाइड सर। मेरा जो अज का टॉपिक है वो पेमेंट मैथड्स है कि किस तरीके दे नाल तुसी पेमेंट मैथड्स करने ने, यूज करने ने। तुसी कोई भी समान खरीदते हो, ई-कॉमर्स दे विच कल भी लैक्चर सी मैडम का, ये चल रहा साडा टॉपिक। तुसी कोई भी समान परचेज किया ਤਾਂ ਜਦੋਂ ਤੁਸੀਂ ਕੋਈ ਸਮਾਨ ਪਰਚੇਜ਼ ਕੀਤਾ ਤੁਸੀਂ ਉਸ ਦੀ ਜਿਹੜੀ ਪੇਮੈਂਟ ਕਰਨੀ ਹੈ ਉਹ ਕਿਸ ਤਰੀਕੇ ਦੇ ਨਾਲ ਕਰਨੀ ਹੈ, ਇਹ ਸਾਡਾ ਵਿਸ਼ਾ ਹੈ। ਹੁਣ ਇਹਦੇ ਵਿੱਚ ਸਾਡੇ ਕੋਲ ਆਪਸ਼ਨਸ ਕਿਆ ਕੁਝ ਹੈ, ਦੇਖੋ ਇੱਕ ਕ੍ਰੈਡਿਟ ਕਾਰਡ ਦੀ ਆਪਸ਼ਨ ਹੈ, डेबिट कार्ड की ऑप्शन है, बैंक ट्रांसफर्स हैं, ई-वॉलेट्स हैं, मोबाइल पेमेंट्स हैं। लास्ट ਦੇ ਵਿੱਚ कैश ऑन डिलीवरी है। कैश ऑन डिलीवरी ਦਾ ਇਹ ਹੈ ਕਿ ਤੁਸੀਂ ਪੈਸੇ ਨਕਦ ਦਿੱਤੇ ਔਰ ਸਮਾਨ ਖਰੀਦ ਲਿਆ। पर असी जी इतने गल करेंगे वो करेंगे ऑनलाइन पेमेंट मैथड्स क्या है, एडवांस पेमेंट मैथड्स क्या है। सब तो पहला देखो क्रेडिट कार्ड है, दूजे नंबर पर डेबिट कार्ड। डेबिट कार्ड का मतलब है ATM कार्ड। ਜਿਹੜੀ अमाउंट ਤੁਹਾਡੇ ਖਾਤੇ ਦੇ ਵਿੱਚ ਆਲਰੇਡੀ ਹੈਗੀ ਹੈ, ਜਿਵੇਂ ਤੁਹਾਡੇ ATM ਅਕਾਊਂਟ ਦੇ ਵਿੱਚ ਪਹਿਲੇ ਤੋਂ ਹੀ ਪੈਸੇ ਹੈਗੇ ਆ ਤਾਂ ਉਹੀ ਤੁਹਾਡਾ ਡੈਬਿਟ ਕਾਰਡ ਹੈ। ATM ਦੇ ਉੱਪਰ ਦੇਖੋਗੇ ਤਾਂ ਲਿਖਿਆ ਵੀ ਹੁੰਦਾ ਹੈ ATM ਕਮ ਡੈਬਿਟ ਕਾਰਡ। क्रेडिट कार्ड का मतलब है कि बैंक वालों ਤੁਹਾਨੂੰ ਉਧਾਰ ਦਿੱਤਾ ਜਾਂਦਾ ਹੈ, ਉਹ ਤੁਹਾਡਾ ਕ੍ਰੈਡਿਟ ਕਾਰਡ ਹੈ। ਕੁਝ ਡੇਜ਼ ਦੇ ਲਈ ਤੁਸੀਂ ਉਸ ਨੂੰ ਯੂਜ਼ ਕਰਦੇ ਹੋ, ਫਿਰ ਉਸ ਤੇ ਤੁਹਾਨੂੰ ਇੰਟਰਸਟ ਪੇ ਕਰਨਾ ਪੈਂਦਾ ਹੈ। ਬੈਂਕ ਟ੍ਰਾਂਸਫਰਸ ਦਾ ਮਤਲਬ ਹੈ ਕਿ ਬੈਂਕ ਦੇ ਵਿੱਚ ਜਾ ਕੇ ਤੁਸੀਂ ਜਿਹੜੀ NEFT ਕਰਦੇ ਹੋ, RTGS ਕਰਦੇ ਹੋ, ਉਸ ਦੇ ਥਰੂ ਅਗਰ ਤੁਸੀਂ ਕੋਈ ਪੇਮੈਂਟ ਕਰਦੇ ਹੋ ਤਾਂ ਉਹ ਤੁਹਾਡੀ ਬੈਂਕ ਟ੍ਰਾਂਸਫਰ ਹੈ। E-वॉलेट्स ਦਾ ਮਤਲਬ ਹੈ ਕਿ ਜਿਹੜੇ Amazon ਦੇ ਵਿੱਚ, फ्लिपकार्ट ਦੇ ਵਿੱਚ ਜਾਂ Paytm ਦੇ ਵਿੱਚ ਜਿਹੜੇ ਤੁਹਾਡੇ ਵॉलेट्स ਬਣੇ ਹੁੰਦੇ ਨੇ। ਵॉलेट्स ਤੋਂ ਮਾਨੇ ਕਿ ਤੁਹਾਡਾ ਇੱਕ ਪਰਸ ਬਣਿਆ ਹੁੰਦਾ, ਜਿਵੇਂ ਤੁਸੀਂ ਆਪਣੇ ਪਰਸ ਦੇ ਵਿੱਚ ਥੋੜੀ ਅਮਾਉਂਟ ਰੱਖਦੇ ਹੋ, ਜ਼ਿਆਦਾ ਅਮਾਉਂਟ ਜਿਹੜੀ ਹੈ ਤੁਸੀਂ ਆਪਣੀ ਅਲਮੀਰਾ ਦੇ ਵਿੱਚ, ਆਪਣੇ ਘਰ ਦੇ ਵਿੱਚ, ਲੋਕਰ ਦੇ ਵਿੱਚ ਜਾਂ ਬੈਂਕ ਅਕਾਊਂਟ 'ਚ ਰੱਖਦੇ ਹੋ। ਜਿੰਨੇ ਕੁ ਸਮਾਨ ਦੀ ਤੁਹਾਨੂੰ ਖਰੀਦਦਾਰੀ ਦੀ ਲੋੜ ਹੈ ਉਨੇ ਕੁ ਪੈਸੇ ਤੁਸੀਂ ਆਪਣੇ ਪਰਸ ਦੇ ਵਿੱਚ ਰੱਖ ਕੇ ਚਲੇ ਜਾਂਦੇ ਹੋ, ਉਹ ਪੈਸੇ ਤੁਸੀਂ ਯੂਜ਼ ਕਰ ਲੈਂਦੇ ਹੋ। ਇਹ ਸੇਮ ਇਹੀ ਪ੍ਰੋਸੀਜਰ ਹੈਗਾ, ਹਰੇਕ ਕੰਪਨੀ ਦੇ ਹੁਣ E-वॉलेट्स ਆ ਗਏ ਨੇ।
ਇੱਥੇ ਮੈਂ ਗੱਲ ਕਰਾਂਗਾ ਪੇਟੀਐਮ ਦੇ ਈ ਵਾਲੇਟਸ ਦੀ। ਪੇਟੀਐਮ ਦੇ ਵਿੱਚ ਈ ਵਾਲੇਟ ਹੈਗਾ ਜਿਸ ਤੋਂ ਕਿ ਤੁਸੀਂ ਆਪਣੇ ਬੈਂਕ ਤੋਂ ਈ ਵਾਲੇਟ ਦੇ ਵਿੱਚ ਪੇਮੈਂਟ ਟ੍ਰਾਂਸਫਰ ਕਰ ਦਿੰਦੇ ਹੋ। ਜਦੋਂ ਤੁਸੀਂ ਪੇਮੈਂਟ ਟ੍ਰਾਂਸਫਰ ਕਰ ਦਿੰਦੇ ਹੋ ਤਾਂ ਉਹਦਾ ਤੁਹਾਨੂੰ ਇਹ ਬੈਨੀਫਿਟ ਹੋ ਜਾਂਦਾ ਹੈ ਕਿ ਤੁਹਾਨੂੰ ਬਾਰ-ਬਾਰ ਉਸਦੇ ਉੱਤੇ ਕੋਈ OTP ਨਹੀਂ ਲੈਣਾ ਪੈਂਦਾ। ਜਦੋਂ OTP ਨਹੀਂ ਲੈਣਾ ਪੈਂਦਾ ਤੁਹਾਡਾ ਕੰਮ ਫਾਸਟਲੀ ਹੋ ਜਾਂਦਾ, ਰਿਕਵਰ ਹੋ ਜਾਂਦਾ। ਮੋਬਾਈਲ ਪੇਮੈਂਟਸ ਦੇ ਵਿੱਚ ਇਹ ਹੈਗਾ ਕਿ ਜਿਵੇਂ ਤੁਸੀਂ ਆਪਣੇ ਮੋਬਾਈਲ ਤੋਂ ਕਿਸੇ ਨੂੰ ਪੇਮੈਂਟ ਕਰਦੇ ਹੋ, ਗੂਗਲ ਪੇ ਕਰਦੇ ਹੋ ਜਾਂ ਆਪਣੇ ਵਾਲੇਟ ਟੂ ਵਾਲੇਟ ਕਰਦੇ ਹੋ, ਉਹ ਮੋਬਾਈਲ ਪੇਮੈਂਟਸ ਹੈ। ਹੁਣ ਏਅਰਟੈਲ, ਵੋਡਾਫੋਨ, ਜੀਓ ਵਗੈਰਾ ਦੇ ਵੀ ਆਪਣੇ ਮੋਬਾਈਲ ਪੇਟੀਐਮ ਪੇਮੈਂਟਸ ਆ ਚੁੱਕੇ ਨੇ, ਤੁਸੀਂ ਇਹਨਾਂ ਦਾ ਪ੍ਰਯੋਗ ਕਰ ਸਕਦੇ ਹੋ। ਨੈਕਸਟ ਸਲਾਈਡ ਕਰੋ ਸਰ। ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਜਿਹੜਾ ਬਹੁਤ ਹੀ ਅੱਛਾ ਐਪ ਹੈ ਉਹ ਪੇਟੀਐਮ ਐਪ ਹੈ, ਜਿਸ ਨੂੰ ਕਿ ਮੈਂ ਖੁਦ ਪਿਛਲੇ 5 ਸਾਲਾਂ ਤੋਂ ਯੂਜ਼ ਕਰ ਰਿਹਾ। ਤੁਸੀਂ ਇਸ ਨੂੰ ਸਿੰਪਲੀ ਪਲੇ ਸਟੋਰ ਦੇ ਉੱਤੇ ਜਾ ਕੇ ਮੋਬਾਈਲ ਦੇ ਪਲੇ ਸਟੋਰ ਦੇ ਉੱਪਰ ਤੁਸੀਂ ਚਲੇ ਜਾਣਾ ਹੈਗਾ। ਪਲੇ ਸਟੋਰ ਦਾ ਨਿਸ਼ਾਨ ਤੁਹਾਡੇ ਸਾਰੇ ਮੋਬਾਈਲਾਂ ਦੇ ਵਿੱਚ ਆਉਂਦਾ ਹੈਗਾ। ਐਂਡਰੋਇਡ ਮੋਬਾਈਲ ਜਿੰਨੇ ਵੀ ਹੈ, ਜ਼ਰੂਰੀ ਨਹੀਂ ਹੈ ਕਿ ਤੁਸੀਂ ਕੋਈ ਮਹਿੰਗੇ ਮੋਬਾਈਲ ਦਾ ਪ੍ਰਯੋਗ ਕਰਨਾ ਹੈਗਾ। ਤੁਸੀਂ ਸਿੰਪਲੀ ਜਿਹੜਾ ਤੁਹਾਡਾ ਕੋਈ ਵੀ ਸਮਾਰਟਫੋਨ ਹੈ ਜਿਹੜਾ 10,000 ਤੋਂ ਨੀਚੇ 5 ਤੋਂ 10,000 ਦੀ ਰੇਂਜ ਦਾ ਫੋਨ ਹੈਗਾ, ਉਹਦੇ ਵਿੱਚ ਵੀ ਪਲੇ ਸਟੋਰ ਹੈਗਾ। ਤੁਸੀਂ ਪਲੇ ਸਟੋਰ ਤੋਂ ਐਂਡਰੋਇਡ ਤੋਂ ਪੇਟੀਐਮ ਐਪ ਨੂੰ ਡਾਊਨਲੋਡ ਕਰ ਲੈਣਾ ਹੈਗਾ। ਨੈਕਸਟ ਸਲਾਈਡ ਕਰੋ ਸਰ। ਪੇਟੀਐਮ ਦਾ ਇਹ ਲੋਗੋ ਤੁਹਾਨੂੰ ਉੱਪਰ ਨਜ਼ਰ ਆ ਰਿਹਾ ਹੈਗਾ। ਇਸ ਤਰੀਕੇ ਦਾ ਜਦੋਂ ਤੁਹਾਡਾ ਡਾਊਨਲੋਡ ਹੋ ਜਾਏਗਾ ਤਾਂ ਉੱਪਰ ਤੁਹਾਡੇ ਪੇਟੀਐਮ ਦਾ ਸਾਈਨ ਇਸ ਤਰੀਕੇ ਦਾ ਆ ਜਾਏਗਾ। ਇਸ ਦੇ ਵਿੱਚ ਹੀ UPI ਹੈ ਜਾਂ ਇਹ ਜਿਹੜੇ ਭੀਮ ਔਰ ਵੱਡੀ ਐਪ ਹੈ ਇਹ ਇਸ ਦੇ ਨਹੀਂ ਹੈ, ਇਹਦਾ UPI ਹੈਗਾ। ਨੈਕਸਟ ਸਲਾਈਡ ਕਰੋ ਸਰ। ਇੱਕ ਹੋਰ, ਜਦੋਂ ਤੁਸੀਂ ਇਸ ਨੂੰ ਡਾਊਨਲੋਡ ਕਰ ਲਓਗੇ ਪੇਟੀਐਮ ਐਪ ਨੂੰ, ਤਾਂ ਤੁਹਾਡੇ ਸਾਹਮਣੇ ਇੱਕ ਹੋਰ ਆਪਸ਼ਨ ਆਏਗੀ ਜਦੋਂ ਕਰ ਲੈਂਦੇ ਹੋ ਕਿ ਸਾਈਨ ਅਪ ਕਰਨਾ ਹੈ ਕਿ ਸਾਈਨ ਇਨ ਕਰਨਾ। ਸਾਡੇ ਕੋਲ ਦੋ ਆਪਸ਼ਨ ਆਉਂਦੀਆਂ ਨੇ, ਸਾਈਨ ਅਪ ਔਰ ਸਾਈਨ ਇਨ ਦੀ। ਮੋਸਟਲੀ ਸਟੂਡੈਂਟਸ ਜਿਹੜੇ ਨੇ ਉਹ ਪਰੇਸ਼ਾਨੀ ਦੇ ਵਿੱਚ ਆ ਜਾਂਦੇ ਨੇ ਕਿ ਅਸੀਂ ਸਾਈਨ ਇਨ ਕਰੀਏ ਕਿ ਸਾਈਨ ਅਪ ਕਰੀਏ। ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਤੁਸੀਂ ਫਸਟ ਟਾਈਮ ਪ੍ਰਯੋਗ ਕਰਨਾ ਹੈ, ਫਸਟ ਟਾਈਮ ਯੂਜ਼ ਕਰਨਾ ਹੈ ਪੇਟੀਐਮ ਦਾ, ਤਾਂ ਤੁਸੀਂ ਹਮੇਸ਼ਾ ਸਾਈਨ ਅਪ ਕਰਨਾ ਹੈ। ਸਾਈਨ ਅਪ ਦਾ ਮਤਲਬ ਹੁੰਦਾ ਕਿ ਤੁਸੀਂ ਆਪਣਾ ਅਕਾਊਂਟ ਕ੍ਰੀਏਟ ਕਰਨਾ ਹੈ। ਤੁਸੀਂ ਉਹਦੇ ਵਿੱਚ ਆਪਣੇ ਮੋਬਾਈਲ ਨੰਬਰ, ਪਾਸਵਰਡ ਔਰ ਉਸ ਨੂੰ ਤੁਸੀਂ ਕਿਸ ਦੇ ਨਾਲ ਕਨੈਕਟ ਕਰਨਾ ਚਾਹੋ, ਫੇਸਬੁੱਕ ਨਾਲ ਕਰਨਾ ਚਾਹੋ ਫੇਸਬੁੱਕ ਨਾਲ ਕਰ ਸਕਦੇ ਹੋ। ਅਗਰ ਤੁਸੀਂ ਉਹਨੂੰ ਗੂਗਲ ਦੇ ਨਾਲ ਕਰਨਾ ਚਾਹੋ ਉਹਦੇ ਨਾਲ ਕਰ ਸਕਦੇ ਹੋ। ਜੇ ਤੁਹਾਡੇ ਕੋਲ ਦੋਨੋਂ ਚੀਜ਼ਾਂ ਨਹੀਂ ਹੈ ਤਾਂ ਤੁਸੀਂ ਉਸਨੂੰ ਸਿੰਪਲੀ ਮੋਬਾਈਲ ਜਾਂ ਈਮੇਲ ਦੇ ਨਾਲ ਪਾਸਵਰਡ ਲਗਾ ਕੇ ਵੀ ਤੁਸੀਂ ਸਾਈਨ ਇਨ ਕਰ ਸਕਦੇ ਹੋ। ਤਾਂ ਪਹਿਲਾ ਸਟੈਪ ਤੁਹਾਡਾ ਸਾਈਨ ਅਪ ਹੈ। ਚਾਹੇ ਤੁਸੀਂ ਕੋਈ ਵੀ ਸਾਈਟ ਤੇ ਜਾਓਗੇ, ਜਾਂ ਸਪੋਜ਼ਿੰਗਲੀ ਤੁਸੀਂ ਜ਼ੂਮ ਤੇ ਵੀ ਆਪਣੀ ID ਬਣਾਉਣੀ ਹੈ, ਤਾਂ ਹਮੇਸ਼ਾ ਪਹਿਲਾਂ ਸਾਈਨ ਅਪ ਕਰੋ। ਨੈਕਸਟ ਸਲਾਈਡ ਕਰੋ ਸਰ। ਜਦੋਂ ਤੁਸੀਂ ਲੌਗਇਨ ਦੇ ਉੱਪਰ ਜਾਓਗੇ ਪੇਟੀਐਮ ਦੇ ਅੰਦਰ, ਤਾਂ ਤੁਹਾਡੇ ਕੋਲ ਇਸ ਤਰੀਕੇ ਦਾ ਫੀਚਰ ਆ ਜਾਏਗੀ। ਲੌਗਇਨ ਕਰਨ ਵਾਸਤੇ ਇਹਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ, ਤੁਸੀਂ ਆਪਣਾ ਮੋਬਾਈਲ ਨੰਬਰ ਫਿਲ ਕਰੋਗੇ। ਮੋਬਾਈਲ ਨੰਬਰ ਫਿਲ ਕਰਨ ਤੋਂ ਬਾਅਦ ਤੁਸੀਂ ਪ੍ਰੋਸੀਡ ਕਰੋਗੇ ਜਦੋਂ, ਤਾਂ ਉਸ ਤੋਂ ਬਾਅਦ ਉਹ ਤੁਹਾਡੇ ਤੋਂ ਪਾਸਵਰਡ ਪੁੱਛੇਗਾ, ਜਿਹੜਾ ਕਿ ਸਿਰਫ ਤੁਹਾਨੂੰ ਪਤਾ ਹੋਏਗਾ ਪਾਸਵਰਡ। ਉਹ ਪਾਸਵਰਡ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰਨਾ। ਤਾਂ ਇਹ ਪਿਕਚਰ ਜਿਹੜੀ ਹੈ ਲੌਗਇਨ ਦੀ ਉਸ ਟਾਈਮ ਤੁਹਾਡੇ ਕੋਲ ਆਏਗੀ। ਨੈਕਸਟ ਸਲਾਈਡ ਕਰੋ ਸਰ। ਤੁਸੀਂ ਕਿਆ ਕੁਝ ਇਸ ਤੋਂ ਕਰ ਸਕਦੇ ਹੋ, ਦੇਖੋ ਇਹਦੇ ਤੋਂ ਤੁਸੀਂ ਮੋਬਾਈਲ ਰੀਚਾਰਜ ਕਰ ਸਕਦੇ ਹੋ। ਕੋਈ ਵੀ ਪੇਮੈਂਟ ਕਰਨੀ ਹੋਵੇ, ਪੇਮੈਂਟ ਤੋਂ ਮਤਲਬ ਤੁਸੀਂ ਕੋਈ ਬਿੱਲ ਪੇਮੈਂਟ ਕਰਨੀ ਹੈ ਜਾਂ ਤੁਸੀਂ ਕਿਸੇ ਨੂੰ ਪੈਸੇ ਭੇਜਣੇ ਹੈ, ਤਾਂ ਤੁਸੀਂ ਉਹ ਵੀ ਪੈਸੇ ਜਿਹੜੇ ਆ ਭੇਜ ਸਕਦੇ ਹੋ। ਜਿਹੜੇ ਵਿੱਚ ਕੁਐਸਚਨ ਰਾਈਜ਼ ਕਰ ਰਹੇ ਨੇ ਨਾ ਬੱਚੇ, ਉਹਨਾਂ ਨੂੰ ਸਿਰਫ 20 ਮਿੰਟ ਬਾਅਦ ਅਸੀਂ ਸਾਰੇ ਮੈਂ ਉਹਨਾਂ ਦੇ ਕੁਐਸਚਨਸ ਲੈ ਲਾਂਗਾ। ਕਿਰਨਪ੍ਰੀਤ ਤੁਸੀਂ ਹੱਥ ਨੀਚੇ ਕਰ ਲਓ। ਤੁਸੀਂ ਇਸ ਐਪ ਦੇ ਰਾਹੀਂ ਕੋਈ ਵੀ ਤੁਹਾਡਾ ਬਿਜਲੀ ਦਾ ਬਿੱਲ ਹੈ, ਤੁਸੀਂ ਬਿਜਲੀ ਦਾ ਬਿੱਲ ਵੀ ਭਰ ਸਕਦੇ ਹੋ। ਕੋਈ ਤੁਸੀਂ ਫਲਾਈਟ ਦੀ, ਟ੍ਰੇਨ ਬੁਕਿੰਗ ਕਰਾਣੀ ਹੈ, ਤੁਸੀਂ ਉਹ ਵੀ ਕਰ ਸਕਦੇ ਹੋ। ਇਹੋ ਜਿਹੇ ਜਿੰਨੇ ਵੀ ਤੁਹਾਡੇ ਕੰਮ ਹੈ ਛੋਟੇ ਮੋਟੇ, ਉਹ ਤੁਸੀਂ ਸਾਰੇ ਕਰ ਸਕਦੇ ਹੋ। ਤਾਂ ਇਹ ਸਾਰੀਆਂ ਆਪਸ਼ਨਸ ਇਹਦੇ ਵਿੱਚ। ਇਸ ਤੋਂ ਇਲਾਵਾ ਤੁਸੀਂ ਇਸ ਐਪ ਦੇ ਰਾਹੀਂ ਪਰਚੇਜ਼ਿੰਗ ਵੀ ਕਰ ਸਕਦੇ ਹੋ। ਅਗਰ ਤੁਸੀਂ ਕੋਈ ਸਮਾਨ ਖਰੀਦਦਾਰੀ ਕਰਨੀ ਹੈ ਤੁਸੀਂ ਉਹ ਵੀ ਕਰ ਸਕਦੇ ਹੋ। LIC ਪ੍ਰੀਮੀਅਮ ਭਰਨਾ ਹੋਵੇ, ਇਹਦੇ ਵਿੱਚ ਬਹੁਤ ਜ਼ਿਆਦਾ ਆਪਸ਼ਨਸ ਹੈ। ਮੈਂ ਸਿਰਫ
ਤੁਹਾਨੂੰ ਇਮੇजेस ਦੇ ਵਿੱਚ ਮੇਨ ਚੀਜ਼ਾਂ ਦਿਖਾਈਆਂ ਨੇ ਜਿਹੜੀਆਂ ਕਿ ਤੁਹਾਡੀਆਂ ਡੇਲੀ ਯੂਜ਼ ਦੀਆਂ ਨੇ। ਤੁਸੀਂ ਇਸ ਤੋਂ ਇਹ ਸਾਰਾ ਕੁਝ ਕਰ ਸਕਦੇ ਹੋ। ਨੈਕਸਟ ਸਲਾਈਡ ਲਓ ਸਰ। ਇੱਕ ਯੂਨੀਫਾਈਡ ਪੇਮੈਂਟ ਇੰਟਰਫੇਸ ਹੈ ਜਿਸ ਨੂੰ ਕਿ ਆਪਾਂ UPI ਕਹਿੰਦੇ ਆ। ਮੈਂ ਇਹ ਤੁਹਾਨੂੰ ਦੱਸਣਾ ਚਾਹਾਂਗਾ ਕਿ UPI ਦਾ ਕੰਮ ਕਿਆ ਹੈਗਾ। UPI ਇੱਕ ਬੈਂਕ ਵੱਲੋਂ ਐਸੀ ਫੈਸਿਲਿਟੀ ਦੇ ਦਿੱਤੀ ਗਈ ਹੈ। ਪਹਿਲੇ ਕਿਆ ਹੁੰਦਾ ਸੀ, ਜਦੋਂ ਅਸੀਂ ਕਿਸੇ ਚੀਜ਼ ਦੇ ਵਿੱਚ ਐਂਟਰ ਕਰਦੇ ਸੀਗੇ, ਜਦੋਂ ਅਸੀਂ ਕੋਈ ਪੇਮੈਂਟ ਕਰਨੀ ਹੁੰਦੀ ਸੀ ਤਾਂ ਸਾਨੂੰ ਹਮੇਸ਼ਾ ਪਹਿਲੇ ਆਪਣੇ ਜਿਹੜਾ ਸਾਡਾ ATM ਕਾਰਡ ਹੈ ਉਹਦੇ ਪਿੱਛੇ ਜਿਹੜੀ ਸਾਡੀ ਡਿਟੇਲ ਹੈ ਉਹ ਸਾਨੂੰ ਦੇਣੀ ਪੈਂਦੀ ਸੀ। ਉਹਦਾ CVV ਕੋਡ ਫਿਲ ਕਰਨਾ ਪੈਂਦਾ ਸੀ। ਫਿਰ ਸਾਨੂੰ ਬੈਂਕ ਤੋਂ ਇੱਕ ਮੈਸੇਜ ਆਉਂਦਾ ਸੀ ਕਿ ਜਦੋਂ ਉਹ ਮੈਸੇਜ ਸਾਡੇ ਕੋਲ ਆ ਗਿਆ ਅਸੀਂ ਉਹ ਫਿਰ OTP ਜਿਹੜਾ ਬੈਂਕ ਵਾਲਾ ਦੁਬਾਰਾ ਉਸਨੂੰ ਫਿਲ ਕਰਦੇ ਸੀ। ਤਾਂ ਇਹ ਸਾਰਾ ਇੱਕ ਥੋੜਾ ਜਿਹਾ ਟਾਈਮ ਪ੍ਰੋਸੈਸ ਸੀਗਾ। UPI ਦੇ ਨਾਲ ਕਿਆ ਹੋਏਗਾ, ਸਿੱਧੀ ਜਿਹੜੀ ਪੇਮੈਂਟ ਹੈ ਤੁਹਾਡੀ ਉਹ ਤੁਹਾਡੇ ਅਕਾਊਂਟ ਦੇ ਵਿੱਚੋਂ ਡਿਡਕਟ ਹੋ ਜਾਏਗੀ। ਬੈਂਕ ਤੁਹਾਨੂੰ ਇੱਕ 6 ਅਕਸ਼ਰਾਂ ਦਾ 6 ਡਿਜਿਟ ਦਾ ਤੁਹਾਨੂੰ ਇੱਕ UPI ਕੋਡ ਦੇ ਦਿੰਦਾ ਹੈਗਾ। ਇੱਕ ਵਾਰੀ ਤੁਹਾਡਾ UPI ਕੋਡ ਕ੍ਰੀਏਟ ਹੋ ਗਿਆ, ਤੁਹਾਨੂੰ ਉਸ ਤੋਂ ਬਾਅਦ ਬਹੁਤ ਈਜ਼ੀ ਪ੍ਰੋਸੈਸ ਹੈਗਾ ਕਿਸੇ ਵੀ ਪੇਮੈਂਟ ਨੂੰ ਕਿਸੇ ਨੂੰ ਵੀ ਟ੍ਰਾਂਸਫਰ ਕਰਨ ਦਾ। ਚਾਹੇ ਤੁਸੀਂ ਉਹ ਵਾਲਟ ਦੇ ਵਿੱਚ ਟ੍ਰਾਂਸਫਰ ਕਰਨੀ ਹੈ, ਚਾਹੇ ਤੁਸੀਂ ਉਹ ਪੇਮੈਂਟ ਜਿਹੜੀ ਹੈ ਆਪਣੇ ਕਿਸੇ ਸਾਥੀ ਨੂੰ ਭੇਜਣੀ ਹੈ, ਕਿਸੇ ਨੂੰ ਪਰਸਨ ਨੂੰ ਚਾਹੇ ਤੁਸੀਂ ਦੇਣੀ ਹੈ। ਨੈਕਸਟ ਸਲਾਈਡ ਕਰੋ ਸਰ। ਇਹ ਤਾਂ ਸੀਗਾ ਪੇਮੈਂਟ ਦਾ। ਇਸ ਦੇ ਨਾਲ ਹੀ ਇੱਕ ਮੇਰਾ ਜਿਹੜਾ ਸੈਕਿੰਡ ਟੌਪਿਕ ਹੈਗਾ ਉਹ ਹੈਗਾ ਸਿਕਿਉਰਿਟੀ ਇਸ਼ੂਜ਼ ਨੂੰ ਲੈ ਕੇ। ਦੇਖੋ ਸਿਕਿਉਰਿਟੀ ਇਸ਼ੂਜ਼ ਦੇ ਵਿੱਚ ਇਹ ਹੈਗਾ ਕਿ ਅਸੀਂ ਕੋਈ ਵੀ ਕੰਮ ਕਰਨਾ ਹੈ ਤਾਂ ਸਾਨੂੰ ਉਹਦੇ ਵਿੱਚ ਕੁਝ ਸਾਵਧਾਨੀਆਂ ਵੀ ਜ਼ਰੂਰ ਰੱਖਣੀਆਂ ਨੇ, ਕਿਉਂਕਿ ਜਿਹੜਾ ਆਨਲਾਈਨ ਟ੍ਰੇਡਿੰਗ ਹੈ, ਜਿਹੜਾ ਆਨਲਾਈਨ ਈ-ਕਾਮਰਸ ਸਾਈਟਾਂ ਨੇ, ਇਹਨਾਂ ਤੇ ਸਾਨੂੰ ਸਿਕਿਉਰਿਟੀ ਦਾ ਵੀ ਧਿਆਨ ਰੱਖਣਾ ਹੈ। ਉਸ ਨੂੰ ਲੈ ਕੇ ਸਾਡੇ ਕੋਲ ਕਿਆ ਕੁਝ ਇਸ਼ੂਜ਼ ਨੇ, ਕਿਉਂਕਿ ਜਿਹੜੇ ਅੱਜ ਕੱਲ ਹੁਣ ਉਹ ਚੋਰੀਆਂ ਤਾਂ ਚੱਲ ਹੀ ਰਹੀਆਂ ਨੇ, ਜਿਹੜੇ ਕਿਸੇ ਦੀ ਜੇਬ ਕੱਟ ਗਈ। ਇੱਕ ਇਹ ਵੀ ਹੈ ਕਿ ਤੁਹਾਡੇ ਅਕਾਊਂਟ ਦੇ ਵਿੱਚੋਂ ਹੀ ਪੇਮੈਂਟ ਡਿਡਕਟ ਹੋ ਰਹੀ ਹੈ। ਤੁਸੀਂ ਪੇਮੈਂਟ ਨਹੀਂ ਕਢਾਈ, ਕੋਈ ਹੋਰ ਬੰਦਾ ਆਇਆ ਤੁਹਾਡੇ ਅਕਾਊਂਟ ਚੋਂ ਪੇਮੈਂਟ ਕਢਾ ਲਈ। ਇਹ ਸਾਰੇ ਸਾਡੇ ਸਿਕਿਉਰਿਟੀ ਇਸ਼ੂਜ਼ ਹੈ। ਕਿਵੇਂ ਅਸੀਂ ਇਹਨਾਂ ਨੂੰ ਰੋਕਣਾ ਹੈਗਾ ਉਹ ਮੈਂ ਤੁਹਾਨੂੰ ਦੱਸਦਾ। ਨੈਕਸਟ ਸਲਾਈਡ ਕਰੋ ਸਰ। ਸਭ ਤੋਂ ਪਹਿਲੀ ਸਾਵਧਾਨੀ ਸਾਨੂੰ ਇਹ ਰੱਖਣੀ ਹੈ ਕਿ ਅਸੀਂ ਕਿਸੇ ਨੂੰ ਵੀ ਆਪਣੀ ਬੈਂਕ ਡਿਟੇਲ ਜਿਹੜੀ ਹੈ ਉਹ ਸ਼ੇਅਰ ਨਹੀਂ ਕਰਨੀ, ਚਾਹੇ ਉਹ ਸਾਡਾ ਜਿੰਨਾ ਵੀ ਕੋਈ ਕਰੀਬੀ ਕਿਉਂ ਨਹੀਂ ਹੈ। ਬੈਂਕ ਦੇ ਜਿਹੜਾ ਤੁਸੀਂ ਆਪਣਾ ATM ਕਾਰਡ ਦੇਖੋਗੇ ਉਹਦੇ ਉੱਪਰ 16 ਡਿਜਿਟ ਦਾ 16 ਡਿਜਿਟ ਦਾ ਇੱਕ ਤਾਂ ਨੰਬਰ ਹੈਗਾ ਉੱਪਰ। ਉਸ ਦੇ ਨੀਚੇ ਤੁਹਾਡਾ ਨਾਮ, ਉਹਦੀ ਵੈਲਿਡਿਟੀ ਕਿ ਕਦੋਂ ਤੱਕ ਉਹ ਜਿਹੜਾ ATM ਕਾਰਡ ਵੈਲਿਡ ਹੈਗਾ, ਇਹ ਸਾਰਾ ਕੁਝ ਉਸ ਦੇ ਉੱਪਰ ਲਿਖਿਆ ਹੋਇਆ ਹੈ। ਔਰ ਇਹ ਸਾਰਾ ਕੁਝ ਇੱਕ ਚਿਪ ਦੇ ਵਿੱਚ ਰਿਕਾਰਡਡ ਹੈ। ਜਿਹੜੇ ਹੈਕਰਸ ਹੁੰਦੇ ਨੇ ਉਹ ਕਈ ਵਾਰੀ ਤੁਹਾਡਾ ATM ਕਾਰਡ ਚੱਕਣਗੇ, ਨਾਲ ਦੀ ਨਾਲ ਉਹਨੂੰ ਜਿਹੜੀ ਉਹਦੀ ਚਿਪ ਹੈ ਉਹਨੂੰ ਸਕੈਨ ਕਰਕੇ ਤੁਹਾਡਾ ATM ਕਾਰਡ ਉੱਥੇ ਹੀ ਰੱਖ ਦੇਣਗੇ। ਤੁਹਾਨੂੰ ਲੱਗੇਗਾ ਕਿ ਮੇਰਾ ATM ਕਾਰਡ ਤਾਂ ਸੇਫ ਹੈ, ਪਰ ਨਹੀਂ, ਉਹਨਾਂ ਨੇ ਤੁਹਾਡਾ ਚਿਪ ਦੇ ਵਿੱਚੋਂ ਡਾਟਾ ਚੋਰੀ ਕਰ ਲਿਆ। ਤਾਂ ਤੁਸੀਂ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਹੈ ਕਿ ਆਪਣੇ ATM ਕਾਰਡ ਨੂੰ ਹਮੇਸ਼ਾ ਸੰਭਾਲ ਕੇ ਰੱਖਣਾ ਹੈਗਾ। ਕਿਸੇ ਨਾਲ ਵੀ ਆਪਣੀ ਬੈਂਕ ਡਿਟੇਲ ਜਿਹੜੀ ਹੈ ਉਸਦੀ ਉਹ ਤੁਸੀਂ ਸ਼ੇਅਰ ਨਹੀਂ ਕਰਨੀ। ਨੈਕਸਟ ਸਲਾਈਡ ਕਰੋ। ਤੁਸੀਂ ਬੈਂਕ ਤੋਂ ਕੋਈ ਵੀ ਟ੍ਰਾਂਜੈਕਸ਼ਨ ਕਰੋਗੇ ਤਾਂ ਬੈਂਕ ਤੁਹਾਡੀ ਸੇਫਟੀ ਵਾਸਤੇ ਇੱਕ ਤੁਹਾਨੂੰ OTP ਭੇਜਦਾ, ਜਿਸ ਨੂੰ ਕਿ ਆਪਾਂ ਵਨ ਟਾਈਮ ਪਾਸਵਰਡ ਕਹਿੰਦੇ ਆ। ਇਹ ਵਨ ਟਾਈਮ ਪਾਸਵਰਡ ਤੁਹਾਡੇ ਕੋਲ ਇੱਕ ਲਾਸਟ ਹਥਿਆਰ ਹੈ। ਜੇ ਤੁਸੀਂ ਇਸ ਨੂੰ ਸਹੀ ਪ੍ਰਯੋਗ ਕਰ ਲਿਆ ਤਾਂ ਤੁਸੀਂ ਬਚ ਸਕਦੇ ਹੋ। ਅਗਰ ਸਪੋਜ਼ ਕਰੋ ਕਿ ਤੁਹਾਡਾ ATM ਕਾਰਡ ਚੋਰੀ ਹੋ ਗਿਆ ਹੈਗਾ, ਤਾਂ ਵੀ ਚੋਰ ਪੇਮੈਂਟ ਨਹੀਂ ਕਢਾ ਸਕੇਗਾ, ਕਿਉਂਕਿ ਉਸ ਨੂੰ ਤੁਹਾਡੇ ਮੋਬਾਈਲ ਤੇ ਜਿਹੜਾ OTP ਆਇਆ ਹੈਗਾ ਉਹ ਚਾਹੀਦਾ। ਤੁਸੀਂ ਕਈ ਵਾਰੀ ਐਡਵਰਟਾਈਜ਼ਮੈਂਟ ਦੇ ਵਿੱਚ ਸੁਣਿਆ ਹੋਵੇਗਾ ਕਿ ਤੁਹਾਨੂੰ ਬਾਰ-ਬਾਰ ਸਮਝਾਇਆ ਵੀ ਜਾਂਦਾ ਹੈ ਕਿ ਤੁਸੀਂ ਆਪਣਾ OTP ਸ਼ੇਅਰ ਨਾ ਕਰੋ, ਕਿਉਂਕਿ ਜੇ ਤੁਸੀਂ OTP ਸ਼ੇਅਰ ਕਰੋਗੇ ਕਿਸੇ ਦੇ ਨਾਲ ਤਾਂ ਉਹ ਪੇਮੈਂਟ ਤੁਹਾਡੇ ਅਕਾਊਂਟ ਤੋਂ ਸਿੱਧੀ ਡਿਡਕਟ ਹੋਊਗੀ। ਨੈਕਸਟ ਸਲਾਈਡ ਕਰੋ ਸਰ। ਇਸ ਦੇ ਨਾਲ ਆਪਾਂ ਹੋਰ ਇੱਕ ਸਾਵਧਾਨੀ ਰੱਖਣੀ ਹੈ ਕਿ ਆਪਾਂ ਕਦੇ ਵੀ ਫ੍ਰੀ ਇੰਟਰਨੈਟ ਦਾ ਪ੍ਰਯੋਗ ਜਿਹੜਾ ਕਿ ਨਹੀਂ ਕਰਨਾ ਹੈ। ਹੁਣ ਇਹ ਫ੍ਰੀ ਇੰਟਰਨੈਟ ਤੁਹਾਨੂੰ ਕਿੱਥੇ ਮਿਲਦਾ ਹੈ? ਇਹ ਤੁਹਾਨੂੰ ਮਿਲਦਾ ਹੈ ਜਿਹੜੇ ਪਬਲਿਕ ਪਲੇਸਿਸ ਹੈ, ਜਿਵੇਂ ਤੁਸੀਂ ਰੇਲਵੇ ਸਟੇਸ਼ਨਾਂ ਤੇ, ਬੱਸ ਸਟੈਂਡ ਤੇ, ਜਾਂ ਕਿਸੇ ਕੈਂਪਸ ਦੇ ਵਿੱਚ। ਇਹ ਤੁਹਾਨੂੰ ਫ੍ਰੀ ਇੰਟਰਨੈਟ ਤਾਂ ਲਿਖਿਆ ਹੁੰਦਾ ਹੈ ਕਿ ਇੱਧਰ ਤੁਹਾਨੂੰ ਵਾਈਫਾਈ ਹੌਟਸਪੌਟ ਹੈ, ਫ੍ਰੀ ਇੰਟਰਨੈਟ ਹੈ, ਪਰ ਤੁਸੀਂ ਇਸ ਨੂੰ ਵੈਸੇ ਯੂਜ਼ ਕਰਨਾ ਹੈ ਆਪਣੀ ਕੋਈ ਫੇਸਬੁੱਕ ਜਾਂ WhatsApp ਚਲਾਉਣ ਲਈ ਕਰ ਲਓ, ਪਰ ਜੇ ਤੁਸੀਂ ਕੋਈ ਪੇਮੈਂਟ ਕਰਨੀ ਹੈ ਤਾਂ ਇਸ ਦਾ ਪ੍ਰਯੋਗ ਨਾ ਕਰੋ, ਕਿਉਂਕਿ ਜਿਹੜੇ ਹੈਕਰਸ ਹੁੰਦੇ ਨੇ ਉਹ ਬਹੁਤ ਜਲਦੀ ਇਸ ਫ੍ਰੀ ਇੰਟਰਨੈਟ ਵਾਲੀ ਸਪੋਰਟ ਤੋਂ ਤੁਹਾਡਾ ਜਿਹੜਾ ਹੈ
हैक कर लेंदे ने सारा अंदरला डाटा। इस करके इसनूं परहेज करो, इसनूं प्रयोग करन ते पब्लिक प्लेसिस नूं अपना डाटा प्रयोग करो, अपना ही रिचार्ज कराओ। नैक्सट स्लाइड करो सर। ਇੱਥੇ ਤੁਹਾਨੂੰ ਮੈਂ ਇਹ ਵੀ ਸਮਝਾਉਣਾ ਚਾਹਾਂਗਾ ਕਿ ਪੇਮੈਂਟ ਗੇਟਵੇ ਕਿਸ ਨੂੰ ਕਹਿੰਦੇ ਨੇ। ਜਿਹੜੀ ਪੇਮੈਂਟ ਹੈਗੀ ਹੈ ਉਹ ਕਿਸ ਤਰੀਕੇ ਦੇ ਨਾਲ ਦੂਸਰੇ ਪਰਸਨ ਕੋਲ ਪਹੁੰਚਦੀ ਹੈ, ਇਹ ਇੱਕ ਪ੍ਰੋਸੈਸ ਹੈ। ਉਹਦੇ ਵਾਸਤੇ ਇੱਕ ਈ ਪੇਮੈਂਟ ਗੇਟਵੇ ਬਣਿਆ ਹੋਇਆ ਹੈਗਾ। ਹਰੇਕ ਕੰਪਨੀ ਦਾ ਹੁਣ ਜਿਹੜੀਆਂ ਮੇਜਰ ਕੰਪਨੀਆਂ ਹੈ ਜਿਵੇਂ ਐਮਾਜ਼ੋਨ ਹੈ, ਪੇਟੀਐਮ ਹੈ ਜਾਂ ਸਟੇਟ ਬੈਂਕ ਆਫ ਇੰਡੀਆ ਹੈ, ਇਹਨਾਂ ਦੇ ਤਾਂ ਆਪਣੇ ਗੇਟਵੇ ਨੇ। ਤੁਸੀਂ ਇਸ ਇਮੇਜ ਦੇ ਵਿੱਚ ਦੇਖੋਗੇ ਇੱਕ ਮਰਚੈਂਟ ਦਿਖ ਰਿਹਾ ਔਰ ਇੱਕ ਤੁਹਾਨੂੰ ਆਨਲਾਈਨ ਕਸਟਮਰ ਨਜ਼ਰ ਆ ਰਿਹਾ। ਸਪੋਜ਼ ਕਰੋ ਕਿ ਆਨਲਾਈਨ ਕਸਟਮਰ ਤੁਸੀਂ ਹੋ, ਮਰਚੈਂਟ ਜਿਹੜਾ ਹੈਗਾ ਇਹ ਐਮਾਜ਼ੋਨ ਸਾਈਟ ਹੈ। ਅਗਰ ਤੁਸੀਂ ਕੋਈ ਕਸਟਮਰ ਹੋ, ਅਗਰ ਤੁਸੀਂ ਕੋਈ ਸਮਾਨ ਖਰੀਦਦੇ ਹੋ ਤਾਂ ਉਹਦੀ ਜਿਹੜੀ ਪੇਮੈਂਟ ਕਿਵੇਂ ਜਾਏਗੀ ਮਰਚੈਂਟ ਦੇ ਬੈਂਕ ਦੇ ਵਿੱਚ। ਤੁਹਾਡੇ ਬੈਂਕ ਕਲਾਇੰਟ ਬੈਂਕ ਦੇ ਵਿੱਚੋਂ ਨਿਕਲ ਕੇ ਮਰਚੈਂਟ ਬੈਂਕ ਦੇ ਵਿੱਚ ਜਾਣ ਵਾਸਤੇ ਇਸ ਪੇਮੈਂਟ ਨੂੰ ਪਹਿਲਾਂ ਸੈਂਟਰਲ ਪੂਲ ਦੇ ਵਿੱਚ ਆਉਣਾ ਪਏਗਾ। ਸੈਂਟਰਲ ਪੂਲ ਜਿਹੜਾ ਹੈਗਾ ਇੱਕ ਕੰਪਨੀ ਜਿਹੜੀ ਹੈ ਉਹਦੇ ਵਿੱਚ ਰੱਖਦੀ ਹੈ ਈ ਪੇਮੈਂਟ ਗੇਟਵੇ। ਉਹਦੇ ਵਿੱਚ ਜਿਹੜਾ ਡਾਟਾ ਹੁੰਦਾ ਹੈਗਾ ਉਹ ਜਦੋਂ ਤੁਹਾਨੂੰ OTP ਆਉਂਦਾ ਲਾਸਟ ਕਿ ਹਾਂ ਇਹ ਤੁਸੀਂ ਹੀ ਹੋ, ਸਾਰੀ ਤੁਹਾਡੀ ਵੈਰੀਫਿਕੇਸ਼ਨ ਹੋ ਜਾਂਦੀ ਹੈ। ਜਦੋਂ ਤੁਸੀਂ OTP ਨੂੰ ਯੈਸ ਕਰ ਦਿੰਦੇ ਹੋ, ਉਹਦਾ ਫਿਲ ਕਰ ਦਿੰਦੇ ਹੋ, ਤਾਂ ਨਾਲ ਦੀ ਨਾਲ ਜਿਹੜੀ ਹੈ ਪੇਮੈਂਟ ਉਹ ਡਿਡਕਟ ਹੋ ਕੇ ਕਲਾਇੰਟ ਦੇ ਬੈਂਕ ਵਿੱਚੋਂ ਨਿਕਲ ਕੇ ਮਰਚੈਂਟ ਦੇ ਬੈਂਕ ਵਿੱਚ ਟ੍ਰਾਂਸਫਰ ਹੋ ਜਾਂਦੀ ਹੈ ਸੈਂਟਰਲ ਪੂਲ ਦੇ ਰਾਹੀਂ। ਨੈਕਸਟ ਸਲਾਈਡ ਕਰੋ ਸਰ। ਕਈ ਵਾਰੀ ਪੇਪਰ ਦੇ ਵਿੱਚ ਤੁਹਾਨੂੰ ਇਹ ਵੀ ਆਬਜੈਕਟਿਵ ਟਾਈਪ ਕੁਐਸਚਨ ਆ ਸਕਦਾ ਹੈ ਕਿ CVV ਦਾ ਕੀ ਮਤਲਬ ਹੈ। ਤਾਂ ਇਹਦਾ ਅਰਥ ਜਿਹੜਾ ਹੈਗਾ ਕਾਰਡ ਵੈਰੀਫਿਕੇਸ਼ਨ ਵੈਲਿਊ ਹੈ। ਤੁਸੀਂ ਆਪਣੇ ATM ਕਾਰਡ ਨੂੰ ਧਿਆਨ ਨਾਲ ਦੇਖੋਗੇ, ਅਗਰ ਉਹਨੂੰ ਤੁਸੀਂ ਉਲਟਾ ਕਰੋਗੇ ATM ਕਾਰਡ ਨੂੰ, ਤਾਂ ਉਸ ATM ਕਾਰਡ ਦੇ ਪਿਛਲੀ ਸਾਈਡ ਦੇ ਉੱਤੇ ਇੱਕ ਕੋਡ ਲਿਖਿਆ ਹੋਏਗਾ 3 ਅਕਸ਼ਰਾਂ ਦਾ, ਉਹ CVV ਕੋਡ ਹੈ। ਉਹ 3 ਡਿਜਿਟ ਦਾ ਜਿਹੜਾ ਤੁਹਾਡਾ ਕੋਡ ਹੈਗਾ ਉਹ ਤੁਹਾਡੇ ਕ੍ਰੈਡਿਟ ਕਾਰਡ, ਡੈਬਿਟ ਕਾਰਡ ਉਸਦੇ ਪਿੱਛੇ ਲਿਖਿਆ ਹੁੰਦਾ ਹੈਗਾ। ਕਈ ਵਾਰੀ ਕੰਪਨੀਆਂ ਕੀ ਕਰਦੀਆਂ ਨੇ, ਹਰੇਕ ਕੰਪਨੀ ਦਾ ਆਪਣਾ ਆਪਣਾ ਇੱਕ ਪਰਫਾਰਮਾ ਹੈ ਪੇਮੈਂਟ ਲੈਣ ਦਾ। ਕਈ ਵਾਰੀ ਕੰਪਨੀਆਂ ਕੀ ਕਰਦੀਆਂ ਨੇ, ਸਿਰਫ ਤੁਹਾਡੇ ਕਾਰਡ ਦੀ ਡਿਟੇਲ ਤਾਂ ਫਿਲ ਹੋਈ ਪਈ ਹੈ। ਮੰਨ ਲਓ ਤੁਸੀਂ ਐਮਾਜ਼ੋਨ ਤੋਂ ਕੋਈ ਸਮਾਨ ਮੰਗਾਇਆ, ਉਹ ਤੁਹਾਡੇ ਕਾਰਡ ਨੂੰ ਤਾਂ ਸੇਵ ਕਰ ਲੈਂਦੇ ਨੇ। ਨੈਕਸਟ ਟਾਈਮ ਉਹ ਤੁਹਾਨੂੰ ਕਹਿੰਦੇ ਨੇ ਕਿ ਕਾਰਡ ਦੀ ਡਿਟੇਲ ਨਾ ਫਿਲ ਕਰੋ, ਖਾਲੀ ਸਾਨੂੰ CVV ਦੱਸ ਦਿਓ। ਜਦੋਂ ਤੁਸੀਂ CVV ਫਿਲ ਕਰਤਾ, ਉਹ ਨਾਲ ਦੀ ਨਾਲ ਤੁਹਾਡਾ ਆਰਡਰ ਪਲੇਸ ਹੋ ਜਾਂਦਾ ਹੈ, ਯਾਨੀ ਕਿ ਤੁਹਾਡੇ ਅਕਾਊਂਟ ਦੇ ਵਿੱਚੋਂ ਪੇਮੈਂਟ ਕੱਟੀ ਜਾਂਦੀ ਹੈ, ਭਾਵ ਕਿ ਡੈਬਿਟ ਹੋ ਜਾਂਦੀ ਹੈ। ਹੁਣ ਜੇ ਤੁਸੀਂ ਚਾਹੁੰਦੇ ਹੋ ਵੀ ਇਸ ਤਰੀਕੇ ਦਾ ਕੰਮ ਨਾ ਹੋਵੇ, ਹੁਣ ਸਪੋਜ਼ਿੰਗਲੀ ਮੈਂ ਤੁਹਾਡਾ ATM ਕਾਰਡ ਦਾ ਉਹ CVV ਕੋਡ ਦੇਖ ਲਿਆ, ਅਗਰ ਮੈਂ ਤੁਹਾਡੇ ਮੋਬਾਈਲ ਤੋਂ ਕੋਈ ਆਰਡਰ ਪਲੇਸ ਕਰ ਦਵਾਂ, ਮੈਂ ਤੁਹਾਡਾ CVV ਫਿਲ ਕਰਾਂਗਾ, ਆਰਡਰ ਪਲੇਸ ਹੋ ਜਾਏਗਾ। ਇਸੇ ਲਈ ਕਿਹਾ ਜਾ ਰਿਹਾ ਹੈ ਕਿ ਤੁਸੀਂ ਆਪਣੇ ATM ਕਾਰਡ ਨੂੰ ਸੰਭਾਲ ਕੇ ਰੱਖੋ, ਸਪੈਸ਼ਲੀ ਜਿਹੜਾ ਉਹਦਾ CVV ਕੋਡ ਹੈ ਉਹ ਤਾਂ ਤੁਸੀਂ ਬਿਲਕੁਲ ਹੀ ਕਿਸੇ ਨੂੰ ਸ਼ੇਅਰ ਨਾ ਕਰੋ, ਕਿਉਂਕਿ ਜਿਹੜਾ ਤੁਹਾਡਾ ਮੋਬਾਈਲ ਚੱਲਦਾ ਹੈ, ਜਿਹੜਾ ਤੁਹਾਡਾ ATM ਕਾਰਡ ਚੱਲ ਰਿਹਾ ਹੈਗਾ, ਉਹ ਤੁਹਾਡੇ CVV ਕੋਡ ਦੇ ਥਰੂ ਹੀ ਚੱਲ ਰਿਹਾ ਹੈਗਾ, 3 ਡਿਜਿਟ ਦੇ। ਨੈਕਸਟ ਸਲਾਈਡ ਕਰੋ ਸਰ। OTP ਦਾ ਮਤਲਬ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਇਹ 1 ਟਾਈਮ ਪਾਸਵਰਡ ਹੈ। ਕੋਈ ਵੀ ਤੁਸੀਂ ਟ੍ਰਾਂਜੈਕਸ਼ਨ ਕਰੋਗੇ ATM ਕਾਰਡ ਦੇ ਨਾਲ, ਡੈਬਿਟ ਕਾਰਡ ਦੇ ਨਾਲ, ਤਾਂ ਤੁਰੰਤ ਤੁਹਾਨੂੰ ਇੱਕ OTP ਤੁਹਾਡੇ ਮੋਬਾਈਲ ਦੇ ਉੱਪਰ ਆਏਗਾ। ਜਦੋਂ ਤੁਸੀਂ ਉਹ OTP ਫਿਲ ਕਰ ਦੋਗੇ, ਕਾਪੀ ਪੇਸਟ ਕਰ ਦਿਓਗੇ ਜਾਂ ਭਰ ਦਿਓਗੇ, ਤਾਂ ਤੁਹਾਡੀ ਪੇਮੈਂਟ ਜਿਹੜੀ ਹੈ ਨਾਲ ਦੀ ਨਾਲ ਡਿਡਕਟ